ਸਰਬ ਕਲਾ ਬਨਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ। ਤੂੰ ਚੋ ਸੱਜਣ ਮੈਡਿਆ, ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਉ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਸੂਰਤ ਦੇਖਣਾ ਭੂਲ ਗਵਾਰਾ, ਮਿਥਨ ਮੁਹਾਰਾ ਝੂਠ ਪਸਾਰਾ। ਜਗ ਮਹਿ ਕੋਈ ਰਹਿਣਾ ਨਾ ਪਾਏ, ਨਿਹਚਲ ਏਕ ਨਾਰਾਇਣਾ। ਸੂਰਤ ਦੇਖਣਾ ਭੂਲ ਗਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਗਰੀਬ ਨਿਵਾਜ ਜੀਆਂ ਦੇ ਬਚਨਾਂ ਦੇ ਅਨੁਸਾਰ ਗੁਰਸਿੱਖ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਨ। ਮਹਾਰਾਜ ਜੀਆਂ ਦੇ ਦਰਸ਼ਨ ਦੀਦਾਰ, ਜਿੱਥੇ ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਸੁਣੀਆਂ ਹਨ। ਇਹ ਦਾਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਦਾਤ ਬੜੀ ਅਮੁੱਲਕ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਦੇ ਹਨ। ਮੁਗਲ ਫੌਜ ਅਤੇ ਪਹਾੜੀ ਫੌਜ ਕਸਮਾਂ ਨੂੰ ਤੋੜ ਦਿੰਦੀ ਹੈ।
ਗਰੀਬ ਨਿਵਾਜ ਜੀਆਂ ਦਾ ਪਿੱਛਾ ਕਰਦੀ ਹੈ। ਬੜਾ ਜੰਗ ਹੁੰਦਾ ਹੈ। ਮਹਾਨ ਗੁਰੂ ਕੇ ਸੁਰ ਮੇਂ ਭਾਈ ਉਦੈ ਸਿੰਘ ਅੱਜ ਅੰਮ੍ਰਿਤ ਵੇਲੇ ਦਾ ਸਮਾਂ ਹੋ ਰਿਹਾ ਹੈ। ਕਲਗੀਧਰ ਗਰੀਬ ਨਿਵਾਜ ਜੀਆਂ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਆਵਾਜ਼ ਮਾਰੀ ਹੈ, ਪੁੱਤਰ, ਆਸਮਾਨ ਦੇ ਅੰਦਰ ਬੂੰਦਾਬਾਂਦੀ ਹੋ ਰਹੀ ਹੈ। ਇੱਕ ਪਾਸੇ ਸਰਸਾ ਦਾ ਪਾਣੀ ਬੜਾ ਚੜ੍ਹਿਆ ਹੈ, ਇੱਕ ਪਾਸੇ ਦੁਸ਼ਮਣ ਜਿਹੜੇ ਨੇ ਉਹ ਵੀ ਚੜ੍ਹ ਕੇ ਆਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ ਕੀ ਕਿਹਾ ਹੈ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੈ। ਅਸੀਂ ਚੰਦੋਏ ਦੇ ਆਸਮਾਨ ਦੇ ਚੰਦੋਏ ਥੱਲੇ ਬੂੰਦਾਬਾਂਦੀ ਦੇ ਅੰਦਰ ਆਸਾ ਜੀ ਦੀ ਵਾਰ ਦਾ ਕੀਰਤਨ ਕਰਾਂਗੇ। ਬਾਬਾ ਅਜੀਤ ਸਿੰਘ, ਪਿਤਾ ਜੀ, ਦੁਸ਼ਮਣ ਚੜ੍ਹ ਕੇ ਆ ਰਹੇ ਨੇ। ਕਲਗੀਧਰ ਮਹਾਰਾਜ ਕਹਿਣ ਲੱਗੇ, ਪੁੱਤਰ, ਜੇ ਸਿੱਖ ਦੇ ਪਾਸ ਅੰਮ੍ਰਿਤ ਵੇਲਾ ਨਹੀਂ ਤਾਂ ਸਿੱਖ ਨੂੰ ਜਦੋਂ ਮਰਜ਼ੀ ਮਾਰ ਲਾ। ਇਹ ਦਾਤ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ, ਸਾਨੂੰ ਬਖਸ਼ਿਸ਼ ਕੀਤੀ ਹੈ। ਗਰੀਬ ਨਿਵਾਜ ਜੀਆਂ ਨੇ ਸਰਸਾ ਦੇ ਕਿਨਾਰੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਹੈ। ਗਰੀਬ ਨਿਵਾਜ ਜੀਆਂ ਨੇ ਮੁਸੀਬਤ ਦੇ ਸਮੇਂ ਵੀ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਛੱਡਿਆ। ਤਾਈਓ ਫਿਰ ਜ਼ਫਰਨਾਮਿਆਂ ਦੇ ਬੋਲ ਨੇ, ਖੁਦਾਵੰਦ ਬਖਸ਼ਿੰਦ ਐਸ਼ ਅਰਸ਼। ਗਰੀਬ ਨਿਵਾਜ ਜੀਆਂ ਨੇ ਔਰੰਗਜ਼ੇਬ ਨੂੰ ਜ਼ਫਰਨਾਮੇ ਦੇ ਅੰਦਰ ਬੜੀਆਂ ਲਾਹਨਤਾਂ ਪਾਈਆਂ ਨੇ ਕਿ ਔਰੰਗਜ਼ੇਬ, ਜਿਹੜਾ ਆਨੰਦ ਮੈਨੂੰ ਅੱਜ ਆ ਰਿਹਾ ਹੈ ਉਹ ਆਨੰਦ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਅੰਦਰ ਵੀ ਨਹੀਂ ਸੀ ਆ ਰਿਹਾ। ਮੈਂ ਉਸ ਨਿਰੰਕਾਰ ਦੀ ਰਜ਼ਾ ਦੇ ਅੰਦਰ ਖੁਸ਼ ਹਾਂ, ਉਹਦੇ ਹੁਕਮ ਦੇ ਅੰਦਰ ਖੁਸ਼ ਹਾਂ। ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਵੇਂ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ, ਆਓ ਲੜੀਵਾਰ ਕਥਾ ਸਰਵਨ ਕਰੀਏ, ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਮਾਰੂ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਸੂਰਤ ਦੇਖਣਾ ਭੂਲ ਗਵਾਰਾ। ਇਸ ਸ਼ਬਦ ਦੇ ਅੰਦਰ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਇਹ ਸੰਸਾਰ ਜਿਹੜਾ ਹੈ ਨਾਸਵੰਤ ਹੈ, ਸਰੀਰ ਨਾਸਵੰਤ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਗਵਾਰਾ ਤੋਂ ਭਾਵ ਹੈ ਬੇਸਮਝ। ਗਵਾਰਾ ਮੂਰਖ ਨੂੰ ਵੀ ਆਖਦੇ ਨੇ, ਗਵਾਰਾ ਬੇਸਮਝ ਨੂੰ ਵੀ ਆਖਦੇ ਨੇ। ਸੂਰਤ ਦੇਖ, ਮੂਰਖ ਬੰਦਾ ਆਪਣੇ ਚੰਗੇ ਸਰੀਰ ਨੂੰ, ਸੋਹਣੇ ਸਰੀਰ ਨੂੰ ਵੇਖ ਕਰਕੇ ਭੂਲ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਨ ਹਨ,
ਸਰੀਰ ਬੜਾ ਸੁੰਦਰ ਹੈ, ਜੀਭਾ ਤੋਂ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ, ਪਰ ਜੇ ਹਿਰਦੇ ਦੇ ਅੰਦਰ ਪ੍ਰੀਤੀ ਨਹੀਂ, ਪਿਆਰ ਨਹੀਂ, ਉਹ ਤੇ ਮਰਿਆਂ ਦੇ ਤੁਲ ਹੈ। ਅਤ ਸੁੰਦਰ ਕੁਲੀਨ ਚਤੁਰ, ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਏ ਨਾਨਕਾ, ਜਹ ਪ੍ਰੀਤ ਨਹੀਂ ਭਗਵੰਤ। ਜਿਸ ਮਨੁੱਖ ਦੀ, ਜਿਸ ਜਗਿਆਸੂ ਦੀ ਪ੍ਰੀਤੀ ਪ੍ਰਮਾਤਮਾ ਦੇ ਨਾਮ ਦੇ ਨਾਲ ਨਹੀਂ, ਭਾਵੇਂ ਸਰੀਰ ਵੀ ਚੰਗਾ ਹੋਵੇ, ਕੁਲ ਵੀ ਚੰਗੀ ਹੋਵੇ, ਵਿਦਵਾਨ ਵੀ ਹੋਵੇ, ਮਹਾਰਾਜ ਕਹਿੰਦੇ ਉਹ ਤੇ ਮਰਿਆਂ ਦੇ ਤੁਲ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਸੂਰਤ ਦੇਖ ਨਾ ਭੂਲ ਗਵਾਰਾ। ਦੁਨੀਆ ਦੀ ਸੂਰਤ ਨੂੰ ਵੇਖ ਕੇ ਤੂੰ ਭੁੱਲਣਾ, ਇਹ ਸਰੀਰ ਅੱਜ ਵਿਖ ਰਹੇ ਨੇ, ਕੱਲ ਨੂੰ ਨਹੀਂ ਵਿਖਣਗੇ। ਇਸ ਸਰੀਰ ਨੂੰ ਗੁਰਬਾਣੀ ਨੇ ਭਾਂਡਾ ਦੱਸਿਆ ਹੈ, ਮਿੱਟੀ ਦਾ ਪੁਤਲਾ ਦੱਸਿਆ ਹੈ। ਮਾਟੀ ਕੋ ਪੁੱਤਰੋ ਪੁੱਤਰਾ ਕੈਸੇ ਨਚਤ ਹੈ। ਮਿੱਟੀ ਦਾ ਪੁਤਲਾ ਹੈ, ਬੜਾ ਦੌੜਦਾ ਹੈ, ਸੰਸਾਰ ਦੇ ਪਦਾਰਥਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਮਹਾਰਾਜ ਕਹਿੰਦੇ ਸੰਸਾਰ ਵੀ ਨਾਸਵੰਤ, ਪਦਾਰਥ ਵੀ ਨਾਸਵੰਤ, ਕੋਈ ਜਾਣੈ ਕਵਨ ਇਹਾਂ ਜਗਮੀਤ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਇਸ ਗੱਲ ਨੂੰ ਕੋਈ ਸਮਝੇਗਾ ਕਿ ਇਸ ਸੰਸਾਰ ਦੇ ਅੰਦਰ ਮੇਰਾ ਅਸਲ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ, ਜਿਸ ਤੇ ਪਰਮਾਤਮਾ ਟੁੱਟ ਪੈਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸਲ ਮਿੱਤਰ ਤੇ ਉਹ ਪਰਮਾਤਮਾ ਹੈ। ਤਾਂ ਕਿ ਨਿਰਮਲ ਰੀਤ, ਉਸ ਮਨੁੱਖ ਦੇ ਸਾਰੇ ਕਰਮ ਜਿਹੜੇ ਨੇ ਉਹ ਪਵਿੱਤਰ ਹੋ ਜਾਂਦੇ ਨੇ। ਉਹ ਫਿਰ ਕੀ ਆਖਦਾ ਹੈ, ਦੋਵੇਂ ਥਾਵ ਰੱਖੇ ਗੁਰ ਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਕਿ ਇਸ ਮਾਤਲੋਕ ਦੀ ਧਰਤੀ ਦਾ ਰਾਖਾ ਵੀ ਪਰਮਾਤਮਾ ਹੈ, ਪਰਲੋਕ ਦੀ ਧਰਤੀ ਦਾ ਰਾਖਾ ਵੀ ਪਰਮਾਤਮਾ ਹੈ। ਫਿਰ ਬਾਬਾ ਕਬੀਰ ਸਾਹਿਬ ਕੀ ਆਖਦੇ ਨੇ ਕਿ ਜਿਹੜਾ ਸਿੱਖ ਜਗਿਆਸੂ ਸਿਰਜਣਹਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਇੱਥੇ ਵੀ ਸੁਖੀ ਰਹਿੰਦਾ ਹੈ, ਪਰਲੋਕ ਅੰਦਰ ਵੀ ਸੁਖੀ ਰਹਿੰਦਾ ਹੈ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਣਹਾਰ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਤੂੰ ਸਿਮਰਨ ਕਰ, ਨਾਮ ਜਪ, ਸੂਰਤ ਦੇਖ ਨਾ ਭੂਲ ਗਵਾਰਾ। ਇਹ ਬੇਸਮਝ ਆਪਣੇ ਚੰਗੇ ਸਰੀਰ ਨੂੰ, ਸੋਹਣੇ ਸਰੀਰ ਨੂੰ ਵੇਖ ਕਰਕੇ ਇਸ ਸਰੀਰ ਨੂੰ ਦੇ ਉੱਪਰ ਲਵਾਏਮਾਨ ਨਾ ਹੋਣਾ ਕਰ, ਉਸ ਪਰਮਾਤਮਾ ਨੂੰ ਯਾਦ ਰੱਖ। ਮਿਤਨ ਮੁਹਾਰਾ ਝੂਠ ਪਸਾਰਾ। ਜਿੰਨੇ ਇਹ ਸਰੀਰ ਨੇ, ਜਿੰਨਾ ਇਹ ਸੰਸਾਰ ਦਾ ਆਕਾਰ ਹੈ, ਮਿਥਨ ਇਹ ਝੂਠਾ ਹੈ। ਬਿਨ ਸਜੈ ਹੈ, ਬਿਨ ਸਜੈ ਹੈ, ਬਿਨ ਸਜੈ ਹੈ, ਕਹਾਂ ਜਾਹੈ ਪਾਦਰੇ। ਇਹ ਤੇ ਨਾਸਵੰਤ ਹੈ। ਬਾਲੂ ਕੀ ਪੀਤ ਜੈਸੇ, ਬਸਦਾ ਕੋ ਰਾਜ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਇੱਕ ਰੇਤਾ ਦੀ ਕੰਧ ਹੈ, ਉਹ ਸਦੀਵੀ ਸਮਾਂ ਟਿਕ ਨਹੀਂ ਸਕਦੀ, ਹਵਾ ਦਾ ਬੁੱਲਾ ਆਵੇਗਾ ਟਹਿ ਜਾਵੇਗੀ। ਇਹੋ ਜਿਹਾ ਧਰਤੀ ਦਾ ਰਾਜ ਭਾਗ ਹੈ। ਮਿਥਨ ਮੁਹਾਰਾ ਝੂਠ ਪਸਾਰਾ।
ਪੁੱਤਰਾਂ ਦਾ ਮੋਹ, ਘਰਵਾਲੀ ਦਾ ਮੋਹ, ਸੰਬੰਧੀਆਂ ਦਾ ਮੋਹ ਇਹ ਝੂਠਾ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਦੀਨੇ ਕਾਂਗੜ ਵਿਖੇ ਆਉਂਦੇ ਨੇ। ਇੱਥੇ ਭਾਈ ਰੂਪ ਚੰਦ ਦੇ ਪੋਤਰੇ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਦਰਸ਼ਨ ਕਰਦੇ ਨੇ। ਪਤਾ ਲੱਗਦਾ ਹੈ ਕਿ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ। ਕੁਝ ਵਿਰਲਾਪ ਕੀਤਾ ਹੈ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ, ਜ਼ਮੀਨ ਤੇ ਲੀਹ ਕੱਢੋ। ਲੀਹ ਕੱਢੀ ਹੈ, ਲਕੀਰਾਂ ਕੱਢੀਆਂ ਨੇ। ਮਹਾਰਾਜ ਸਾਹਿਬ ਕਹਿੰਦੇ ਇਸ ਨੂੰ ਮੇਟ ਦਿਓ। ਮੇਟ ਦਿੱਤੀਆਂ ਨੇ। ਮਹਾਰਾਜ ਸਾਹਿਬ ਕਹਿਣ ਲੱਗੇ, ਭਾਈ ਤੁਹਾਨੂੰ ਲਕੀਰਾਂ ਵਾਹੁਣ ਤੇ ਮਟਾਉਣ ਤੇ ਕੋਈ ਦੁੱਖ ਹੋਇਆ? ਕਹਿਣ ਲੱਗੇ, ਮਹਾਰਾਜ ਨਹੀਂ। ਮਹਾਰਾਜ ਸਾਹਿਬ ਕਹਿੰਦੇ, ਇਸੇ ਤਰ੍ਹਾਂ ਸਾਹਿਬਜ਼ਾਦੇ ਜਦੋਂ ਉਹਨਾਂ ਦਾ ਜਨਮ ਹੋਇਆ ਸਾਨੂੰ ਖੁਸ਼ੀ ਨਹੀਂ ਹੋਈ। ਜਦੋਂ ਸ਼ਹੀਦ ਹੋ ਗਏ ਅਸੀਂ ਉਦੋਂ ਵੀ ਇੱਕ ਰਸ ਰਹੇ। ਪਰਮਾਤਮਾ ਨੇ ਭੇਜੇ ਸਨ, ਪਰਮਾਤਮਾ ਦੀ ਦਾਤ ਸੀ, ਉਹ ਲੈ ਗਿਆ। ਰੋਣਾ ਕਿਸ ਵਾਸਤੇ ਹੈ? ਉੱਥੇ ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ। ਦਸ਼ਰਥ ਦੇ ਘਰ ਵਿੱਚ ਦੋ ਪੁੱਤਰ ਨੇ, ਇੱਕ ਰਾਮਚੰਦਰ ਤੇ ਇੱਕ ਲਛਮਣ। ਬਨਵਾਸ ਦਿੰਦਾ ਹੈ। ਜਦੋਂ ਪੁੱਤਰਾਂ ਨੂੰ ਘਰਾਂ ਵਿੱਚੋਂ ਤੋਰਦਾ ਹੈ, ਘਰ ਵਿੱਚੋਂ ਤੋਰਦਾ ਹੈ, ਮਹੱਲਾਂ ਵਿੱਚੋਂ ਤੋਰਦਾ ਹੈ, ਦਸ਼ਰਥ ਮਹੱਲ ਤੇ ਚੜ੍ਹ ਕੇ ਛਾਲ ਮਾਰ ਕੇ ਮਰ ਜਾਂਦਾ ਹੈ। ਦੂਸਰੀ ਗੱਲ ਆਉਂਦੀ ਹੈ ਇਬਰਾਹਿਮ ਦੀ। ਪੁੱਤਰ ਦੀ ਬਲੀ ਲੈਣ ਲੱਗਾ ਹੈ ਤੇ ਕਿਰਪਾਨ ਨਹੀਂ ਚੱਲੀ। ਤੀਸਰਾ ਜ਼ਿਕਰ ਆਉਂਦਾ ਹੈ ਅਭਿਮਨੂ ਦਾ। ਮੌਤ ਹੁੰਦੀ ਹੈ ਤੇ ਅਰਜਨ ਜਿਹੜਾ ਹੈ ਰਣ ਭੂਮੀ ਦੇ ਅੰਦਰ ਤਲਵਾਰ ਨੂੰ ਸੁੱਟ ਕੇ ਰੋਂਦਾ ਹੈ। ਹੱਥੀਂ ਪੁੱਤਰਾਂ ਨੂੰ ਬਨਵਾਸ ਦੇ ਕੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਮੁਇਆ। ਇਬਰਾਹਿਮ ਨੇ ਅੱਖੀਆਂ ਬੰਨ੍ਹ ਲਈਆਂ, ਮਾਰਨ ਲੱਗਾ ਸੀ ਤਲਵਾਰ ਰੋਇਆ। ਅਭਿਮਨੂ ਦੀ ਸੁਣੀ ਮੌਤ ਜਦ ਅਰਜਨ, ਸਿੱਟ ਰਣ ਦੇ ਵਿੱਚ ਤਲਵਾਰ ਰੋਇਆ। ਸੇਵਕ ਆਖਦਾ ਹੈ ਧੰਨ ਦਸ਼ਮੇਸ਼ ਪਿਤਾ, ਜਿਹੜਾ ਵਾਰ ਕੇ ਵੀ ਸਾਰਾ ਪਰਿਵਾਰ ਨਹੀਂ ਰੋਇਆ। ਕੌਣ ਰੀਸ ਕਰੇਗਾ ਕਲਗੀਧਰ ਮਹਾਰਾਜ ਸਾਹਿਬ ਦੀ? ਉਹ ਆਖਦੇ ਨੇ ਮਿਥਨ ਮੁਹਾਰਾ ਝੂਠ ਪਸਾਰਾ। ਇਹ ਸੰਸਾਰ ਦੀ ਬੰਤਰ ਝੂਠੀ ਹੈ। ਤੇ ਜਿਸ ਵਕਤ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਦਿੱਲੀ ਤੋਂ ਆਉਂਦੇ ਨੇ, ਸੁੰਦਰ ਦੀਵਾਨ ਸਜਿਆ ਹੈ। ਕਲਗੀਧਰ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਤੇ ਸਾਡੀਆਂ ਮਾਤਾਵਾਂ ਨੇ, ਗੁਰੂ ਕੇ ਮਹਿਲਾਂ ਨੇ ਕਲਗੀਧਰ ਮਹਾਰਾਜ ਦੇ ਚਰਨਾਂ ਤੇ ਬੇਨਤੀ ਕੀਤੀ ਹੈ, ਮਹਾਰਾਜ ਸਾਹਿਬਜ਼ਾਦੇ ਕਿੱਥੇ ਨੇ? ਗਰੀਬ ਨਵਾਜ਼ ਨੇ ਭਰੇ ਦੀਵਾਨ ਅੰਦਰ ਕੀ ਕਿਹਾ ਹੈ?
ਇਨ ਪੁੱਤਰਨ ਕੇ ਸੀਸ ਪਰ, ਵਾਰ ਦਿਏ ਸੁਤ ਚਾਰ, ਚਾਰ ਮੁਏ ਤੋ ਕਿਆ ਭਇਆ, ਜੀਵਤ ਲੱਖ ਹਜ਼ਾਰ। ਐਸਾ ਕੋਈ ਗੁਰੂ ਹੋਵੇਗਾ ਜਿਸਨੇ ਸਾਨੂੰ ਪੁੱਤਰ ਨਵਾਜਿਆ ਤੇ ਆਪਣੀ ਬਾਣੀ ਦੇ ਅੰਦਰ ਕੀ ਲਿਖਦੇ ਨੇ? ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨ ਰੰਚ ਪਛਾਨੋ। ਜਿੱਥੇ ਕਲਗੀਧਰ ਗਰੀਬ ਨਿਵਾਜ ਇੱਕ ਮਹਾਨ ਸੂਰਮੇ ਨੇ, ਮਹਾਨ ਗੁਰੂ ਨੇ, ਉੱਥੇ ਮਹਾਨ ਵਿਦਵਾਨ ਵੀ ਨੇ। ਜਿੱਥੇ ਮਹਾਨ ਵਿਦਵਾਨ ਨੇ, ਉੱਥੇ ਨਿਮਰਤਾ ਦੇ ਮਹਾਨ ਸੋਮੇ ਨੇ। ਕਲਗੀਧਰ ਮਹਾਰਾਜ ਦੀ ਬਾਣੀ ਪੜ੍ਹਿਓ ਤੇ ਕਲਗੀਧਰ ਆਪਣੀ ਬਾਣੀ ਅੰਦਰ ਨਿਮਰਤਾ ਦੇ ਸਹਿਤ ਬੇਨਤੀ ਕਰਦੇ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਬਹੁਸੇ ਕਰੋੜ ਗਰੀਬ ਭਰੇ। ਕਲਗੀਧਰ ਕਹਿੰਦੇ ਮੈਂ ਸਭ ਕੁਝ ਖਾਲਸਾ ਕਰਕੇ ਹਾਂ, ਸਿੱਖਾਂ ਕਰਕੇ ਹਾਂ, ਨਹੀਂ ਤਾਂ ਮੇਰੇ ਵਰਗੇ ਗਰੀਬ ਬੜੇ ਤੁਰੇ ਫਿਰਦੇ ਸਨ। ਐਸੀ ਨਿਮਰਤਾ ਹੈ ਕਲਗੀਧਰ ਮਹਾਰਾਜ ਦੇ ਅੰਦਰ। ਤੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਨੇ, ਭਾਈ ਮਿਥਨ ਮੁਹਾਰਾ ਝੂਠ ਪਸਾਰਾ, ਇਹ ਜਿੰਨਾ ਵੀ ਸੰਸਾਰ ਦਾ ਫੈਲਾਓ ਹੈ ਇਹ ਝੂਠਾ ਹੈ। ਸੰਬੰਧੀਆਂ ਦਾ ਨੇ, ਪਰਿਵਾਰ ਦਾ ਨੇ, ਮਾਇਆ ਦਾ ਨੇ, ਇਹ ਵੀ ਝੂਠਾ ਹੈ। ਮਿਨਸੈ ਮੋਹ ਮੇਰਾ ਅਰ ਤੇਰਾ। ਗਰੀਬ ਨਿਵਾਜ ਕਹਿੰਦੇ ਇੱਕ ਸਮਾਂ ਆਵੇਗਾ ਇਹ ਮੋਹ ਖਤਮ ਹੋ ਜਾਵੇਗਾ। ਕਦੋਂ ਖਤਮ ਹੋਵੇਗਾ? ਇਹਦੇ ਦੋ ਸਾਧਨ ਨੇ। ਇੱਕ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਹਿਰਦੇ ਦੇ ਅੰਦਰ ਵਸਦਾ ਹੈ, ਉਦੋਂ ਜਿਹੜਾ ਮੋਹ ਹੈ, ਨੇਹ ਹੈ, ਬਾਣੀ ਦੇ ਅੰਦਰ ਪੈ ਜਾਂਦਾ ਹੈ, ਸੇਵਾ ਦੇ ਅੰਦਰ ਪੈ ਜਾਂਦਾ ਹੈ, ਗੁਰੂ ਦੇ ਉਪਦੇਸ਼ ਅੰਦਰ ਪੈ ਜਾਂਦਾ ਹੈ। ਇੱਕ ਮੋਹ ਹੈ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀ ਪਕੜ ਦਾ, ਜਿਸ ਨੂੰ ਜੀਵ ਛੱਡ ਨਹੀਂ ਸਕਦਾ। ਬਹੁ ਪਰਪੰਚ ਕਰ ਪਰਤਨ ਲਿਆਵੈ, ਸੁਤਦਾਰਾ ਪਹਿ ਆਨ ਲੁਟਾਵੈ। ਮੇਰੇ ਮਨ ਭੂਲੇ ਕਪਟ ਨਾ ਕੀਚੈ, ਅੰਤ ਨਬੇਰਾ ਤੇਰਾ ਜੀ ਪਹਿ ਲੀਚੈ। ਪਰਿਵਾਰ ਦੇ ਵਾਸਤੇ ਬੜੀਆਂ ਠੱਗੀਆਂ ਮਾਰਦਾ ਹੈ, ਬੜੇ ਛਲ ਖੇਡਦਾ ਹੈ, ਕਪਟ ਖੇਡਦਾ ਹੈ, ਮਾਇਆ ਇਕੱਠੀ ਕਰਦਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਅਮਲ ਸਿਰਾਨੂੰ ਲੇਖਾ ਦੇਨਾ, ਆਏ ਦੂਤ ਕਠਨ ਜਮ ਲੈਨਾ। ਕਹਾਂ ਤੇ ਖਟਿਆ ਕਹਾਂ ਬੁਲਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਹਰ ਫੁਰਮਾਨ ਦਰਗਹ ਕਾ ਆਇਆ, ਤੇਰਾ ਹਿਸਾਬ ਹੋਵੇਗਾ, ਲੇਖਾ ਹੋਵੇਗਾ। ਗਰੀਬ ਨਿਵਾਜ ਕਹਿੰਦੇ ਮਿਥਨ, ਸੰਸਾਰ ਦੇ ਪਦਾਰਥ ਝੂਠੇ ਨੇ, ਮੋਹ ਝੂਠਾ ਹੈ। ਜਗ ਮਹਿ ਕੋਈ ਰਹਿਣ ਨਾ ਪਾਏ। ਭਾਈ ਇਸ ਸੰਸਾਰ ਦੇ ਅੰਦਰ ਕੋਈ ਸਦੀਵੀ ਸਮਾਂ, ਲੰਮਾ ਸਮਾਂ ਨਹੀਂ ਰਹਿਣ ਸਕਦਾ। ਭਾਵੇਂ ਇਸ ਦੁਨੀਆ ਤੇ ਹਰਨਾਕਸ਼ ਆਇਆ ਹੈ ਤੇ ਹਰਨਾਕਸ਼ ਨੇ ਵਰ ਮੰਗੇ ਨੇ, ਨਾ ਮੈਂ ਧੁੱਪੇ ਮਰਾਂ, ਨਾ ਛਾਵੇਂ ਮਰਾਂ, ਨਾ ਮੈਂ ਆਸਮਾਨ ਦੇ ਥੱਲੇ ਮਰਾਂ, ਨਾ ਜ਼ਮੀਨ ਤੇ ਮਰਾਂ, ਨਾ ਮੈਂ ਪਾਣੀ ਵਿੱਚ ਡੁੱਬ ਕੇ ਮਰਾਂ, ਨਾ ਮੈਂ ਕਿਸੇ ਸ਼ਸਤਰ ਦੇ ਨਾਲ ਮਰਾਂ। ਫਿਰ ਇੱਕੋ ਸਮਾਂ ਆ ਗਿਆ, ਹਰਨਾਕਸ਼ ਨੂੰ ਐਸਾ ਹੰਕਾਰ ਹੋ ਚੁੱਕਾ ਹੈ, ਸਕੂਲਾਂ ਦੇ ਅੰਦਰ, ਪਾਠਸ਼ਾਲਾ ਦੇ ਅੰਦਰ ਦੁਨੀਆ ਦੇ ਲੋਕਾਂ ਦੇ ਪਾਸੋਂ ਆਪਣਾ ਨਾਮ ਜਪਾਉਂਦਾ ਹੈ, ਜਲੇ ਹਰਨਾਕਸ਼ ਥਲੇ ਹਰਨਾਕਸ਼। ਫਿਰ ਇੱਕ ਸਮਾਂ ਆਇਆ, ਘਰ ਦੇ ਅੰਦਰ ਪੁੱਤਰ ਪੈਦਾ ਹੁੰਦਾ ਹੈ, ਨਾਮ ਹੈ ਪ੍ਰਹਿਲਾਦ। ਉਮਰ ਥੋੜੀ ਜਿਹੀ ਵੱਡੀ ਹੁੰਦੀ ਹੈ, ਸਕੂਲ ਦੇ ਅੰਦਰ ਜਾਂਦੇ ਨੇ, ਪਾਠਸ਼ਾਲਾ ਦੇ ਅੰਦਰ ਜਾਂਦੇ ਨੇ। ਪਾਂਧੇ ਜਿਹੜੇ ਨੇ ਉਹਨਾਂ ਨੇ ਸ਼ਬਦ ਪੜ੍ਹਾਇਆ
ਥਲੇ ਹਰਨਾਕਸ਼ ਉਰੇ ਹਰਨਾਕਸ਼। ਭਗਤ ਪ੍ਰਹਿਲਾਦ ਕਹਿਣ ਲੱਗੇ, ਇਹ ਜਿਹੜਾ ਹਰਨਾਕਸ਼ ਸ਼ਬਦ ਹੈ ਇਹ ਨਾਸਵੰਤ ਹੈ। ਜਲੇ ਹਰੀ, ਥਲੇ ਹਰੀ, ਉਰੇ ਹਰੀ, ਪਰੇ ਹਰੀ। ਹਰੀ ਲਫ਼ਜ਼ ਜਿਹੜਾ ਇਹ ਹਮੇਸ਼ਾ ਰਹਿਣ ਵਾਲਾ ਹੈ। ਅਖੀਰ ਹਰਨਾਕਸ਼ ਨੂੰ ਇਹ ਮਾਣ ਹੈ ਕਿ ਮੈਂ ਤੇ ਮਰਨਾ ਨਹੀਂ। ਪਰ ਇੱਕ ਉਹ ਸਮਾਂ ਆ ਗਿਆ ਜਿਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ ਕਿ ਜਿਹੜਾ ਥੰਬ ਹੈ ਉਹ ਟੁੱਟਦਾ ਹੈ। ਨਰ ਸਿੰਘ ਦਾ ਰੂਪ ਪ੍ਰਮਾਤਮਾ ਨੇ ਧਾਰਿਆ। ਹਰਨਾਕਸ਼ ਨੂੰ ਆਪਣੇ ਪੱਟਾਂ ਤੇ ਰੱਖਿਆ ਹੈ। ਨਾ ਉਸ ਵੇਲੇ ਦਿਨ ਸੀ ਤੇ ਨਾ ਰਾਤ ਸੀ, ਭਾਵ ਸੰਧਿਆ ਦਾ ਵੇਲਾ ਹੈ। ਹਰਨਾਕਸ਼ ਨੂੰ ਪੱਟਾਂ ਤੇ ਰੱਖ ਕੇ ਚੀਰ ਦਿੱਤਾ, ਜਗ ਮੈਂ ਕੋਈ ਰਹਿਣ ਨਾ ਪਾਏ। ਇਸ ਸੰਸਾਰ ਤੇ ਕੋਈ ਸਦੀਵੀ ਨਹੀਂ ਰਹਿ ਸਕਦਾ। ਫਿਰ ਕਲਗੀਧਰ ਮਹਾਰਾਜ ਕਹਿੰਦੇ, ਵੱਡੇ ਵੱਡੇ ਪੀਰ, ਪੈਗੰਬਰ, ਔਲੀਏ, ਅਵਤਾਰ, ਰਿਸ਼ੀ ਮੁਨੀ, ਉਹ ਵੀ ਸੰਸਾਰ ਤੇ ਸਦੀਵੀ ਨਹੀਂ ਰਹਿ ਸਕਦੇ। ਪੀਰ ਔ ਪੈਗੰਬਰ ਕੀਤੇ, ਗਨੇ ਨਾ ਪਰਤ ਏਤੇ। ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਵੱਡੇ ਵੱਡੇ ਬਾਦਸ਼ਾਹ ਵੀ ਮਿੱਟੀ ਦੇ ਅੰਦਰ ਖਾਕ ਹੋ ਗਏ। ਜਦੋਂ ਬਾਦਸ਼ਾਹ ਦੇ ਦਰਬਾਰ ਸਜਣੇ, ਬੜੇ ਵਾਜੇ ਵੱਜਣੇ, ਤੂਰੀਆਂ ਵੱਜਣੀਆਂ, ਕਵੀਆਂ ਨੇ ਆਪਣੀਆਂ ਕਵਿਤਾ ਪੇਸ਼ ਕਰਨੀਆਂ, ਪਰ ਬਾਬਾ ਫਰੀਦ ਸਾਹਿਬ ਕਹਿੰਦੇ, ਅੱਜ ਮੈਂ ਹੈਰਾਨ ਹਾਂ। ਅੱਜ ਤੂਰੀਆਂ ਇੱਕ ਪਾਸੇ ਪਈਆਂ ਨੇ, ਵਾਜੇ ਇੱਕ ਪਾਸੇ ਪਏ ਨੇ। ਕਵੀ ਲੋਕ ਆਪਣੀਆਂ ਕਵਿਤਾਵਾਂ ਭੁੱਲ ਆਏ ਨੇ। ਪਾਸ ਦਮਾਮੇ ਛੱਤ ਸਿਰ, ਭੇਰੀ ਛੱਡੋ ਰੱਡ। ਜਾਏ ਸੁਤੇ ਜੀਰਾਨ ਮਹਿ, ਥੀਏ ਅਤੀਮਾ ਗੱਡ। ਅੱਜ ਉਹ ਬਾਦਸ਼ਾਹ ਜਿਹਦਾ ਦੁਨੀਆ ਤੇ ਹੁਕਮ ਚੱਲਦਾ ਸੀ, ਅੱਜ ਤੇ ਉਹ ਸਦਾ ਦੀ ਨੀਂਦ ਅੰਦਰ ਸੌਂ ਗਿਆ ਹੈ। ਜਗ ਮਹਿ ਕੋਈ ਰਹਿਣ ਨਾ ਪਾਏ। ਇਸ ਦੁਨੀਆ ਤੇ ਗਰੀਬ ਨਵਾਜ ਕਹਿੰਦੇ ਕੋਈ ਰਹਿ ਨਹੀਂ ਸਕਦਾ। ਨਿਹਚਲ ਏਕ ਨਾਰਾਇਣਾ। ਜਿਹੜਾ ਸਦੀਵੀ ਰਹਿਣ ਵਾਲਾ ਹੈ, ਨਿਸ਼ਚਲ ਤੋਂ ਭਾਵ ਹੈ ਅਚਲ। ਏਕ ਨਾਰਾਇਣਾ। ਨਰ ਪਲੱਸ ਆਇਨ। ਨਰ ਆਖਦੇ ਨੇ ਮਨੁੱਖਾਂ ਨੂੰ, ਆਇਨ ਨਾਮ ਆਖਦੇ ਨੇ ਘਰ ਨੂੰ। ਜੋ ਪ੍ਰਮਾਤਮਾ ਹਰੇਕ ਦੇ ਹਿਰਦੇ ਰੂਪੀ ਘਰ ਅੰਦਰ ਬੈਠਾ ਹੈ, ਹਰੇਕ ਮਨੁੱਖਾਂ ਦੇ ਅੰਦਰ ਹੈ, ਏਕ ਨਾਰਾਇਣਾ। ਉਹ ਪ੍ਰਮਾਤਮਾ ਸਦੀਵੀ ਰਹਿਣ ਵਾਲਾ ਹੈ। ਗੁਰ ਪੂਰੇ ਕੀ ਪਾਉ ਸਰਨਾਈ। ਇਸ ਕਰਕੇ ਮਹਾਰਾਜ ਸਾਹਿਬ ਕਿਰਪਾ ਕਰਦੇ ਨੇ, ਭਾਈ ਗੁਰੂ ਪੂਰਾ ਹੈ। ਉਸ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ ਕਰ। ਕਿਵੇਂ ਪੂਰਾ ਹੈ? ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਨਹੀਂ ਤੇ ਸੰਸਾਰ ਦੀ ਐਸੀ ਹਾਲਾਤ ਹੈ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਸਾਰੇ ਆਖਦੇ ਨੇ ਮੈਨੂੰ ਵੀ ਰੱਬ ਦੀ ਪ੍ਰਾਪਤੀ ਹੋ ਗਈ, ਪਰ ਜਿਸ ਨੂੰ ਪ੍ਰਾਪਤੀ ਹੁੰਦੀ ਹੈ ਉਹ ਦੁਨੀਆ ਦੇ ਅੰਦਰ ਦੱਸਦਾ ਨਹੀਂ। ਬਾਬਾ ਬੁੱਢਾ ਸਾਹਿਬ ਨੂੰ ਪ੍ਰਾਪਤੀ ਹੈ। 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, ਕਦੀ ਹੰਕਾਰ ਨਹੀਂ। ਉਹ ਪ੍ਰਾਪਤੀ ਹੈ ਭਾਈ ਗੁਰਦਾਸ ਨੂੰ, ਉਹ ਪ੍ਰਾਪਤੀ ਹੈ ਭਾਈ ਬਹਿਲੋ ਨੂੰ, ਉਹ ਪ੍ਰਾਪਤੀ ਹੈ ਭਾਈ ਭਗੀਰਥ ਜੀ ਨੂੰ, ਪਰ ਕਦੀ ਹਿਰਦੇ ਵਿੱਚ ਹੰਕਾਰ ਹੀ ਨਹੀਂ।
ਪ੍ਰਾਪਤੀ ਕਿਉਂ ਹੈ ਗੁਰ ਪੂਰੇ ਕੀ ਪਉ ਸਰਨਾਈ। ਇਹਨਾਂ ਨੇ ਪੂਰਿਆਂ ਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਰਹੇ, ਪੂਰਿਆਂ ਗੁਰਾਂ ਦੇ ਹੁਕਮ ਨੂੰ ਮੰਨਿਆ, ਉਹਨਾਂ ਦੀ ਰਜ਼ਾ ਦੇ ਵਿੱਚ ਰਹਿ ਕੇ ਗੁਰੂ ਨਾਨਕ ਦੇ ਦਰ ਦੀ ਕਾਰ ਕੀਤੀ, ਸੇਵਾ ਕੀਤੀ। ਮੋਹ ਸੋਗ ਸਭ ਭਰਮ ਮਿਟਾਈ। ਫਿਰ ਜਿਹੜੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਰਹਿੰਦੇ ਨੇ, ਜਿਹੜੇ ਤੇ ਆਖਦੇ ਨੇ ਗਰੀਬ ਨਿਵਾਜ ਮੈਂ ਹੁਣ ਥੱਕ ਕਰਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਈ ਹਾਂ। ਜਿਨ੍ਹਾਂ ਜਗਿਆਸੂਆਂ ਦੀਆਂ ਇਹ ਬੇਨਤੀਆਂ ਨੇ, ਫਿਰ ਗੁਰੂ ਉਹਨਾਂ ਤੇ ਬੜਾ ਟੁੱਟ ਪੈਂਦਾ ਹੈ। ਮੋਹ ਹਿਰਦੇ ਵਿੱਚੋਂ ਮੋਹ ਖਤਮ ਕਰ ਦਿੰਦਾ ਹੈ। ਸੋਗ ਉਹਨਾਂ ਦੇ ਦੁੱਖ ਵੀ ਖਤਮ ਕਰ ਦਿੰਦਾ ਹੈ। 5 ਪ੍ਰਕਾਰ ਦੇ ਭਰਮ ਮੰਨੇ ਨੇ, ਸਭ ਮਿਟਾਈ। ਸਾਰੇ ਭਰਮ ਮੋਹ ਹੰਕਾਰ ਉਹਨਾਂ ਦਾ ਖਤਮ ਕਰ ਦਿੰਦਾ ਹੈ। ਇੱਕੋ ਮੰਤਰ ਦ੍ਰਿੜਾਏ ਔਖਦ। ਕਿਉਂਕਿ ਉਦੋਂ ਫਿਰ ਗੁਰੂ ਸਾਹਿਬਾਨ ਜਿਨ੍ਹਾਂ ਦੇ ਹਿਰਦਿਆਂ ਅੰਦਰ ਗਿਆਨ ਦੀ ਦਾਤ ਬਖਸ਼ਿਸ਼ ਕਰ ਦਿੰਦੇ ਨੇ, ਜਿਨ੍ਹਾਂ ਦੇ ਵਿੱਚੋਂ ਮੋਹ ਖਤਮ ਹੋ ਗਿਆ, ਸੋਗ ਖਤਮ ਹੋ ਗਿਆ, ਭਰਮ ਖਤਮ ਹੋ ਗਿਆ। ਇੱਕੋ ਮੰਤਰ, ਇੱਕ ਮੰਤਰ ਕਿਹੜਾ ਹੈ? ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛੀਏ, ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਹੋਈ। ਭਾਈ ਸਾਹਿਬ ਭਾਈ ਗੁਰਦਾਸ ਲਿਖਦੇ ਨੇ, ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲਯੁਗ ਦੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚੇ ਨਾਮ ਦਾ ਮੰਤਰ ਦੇਣਾ ਕੀਤਾ। ਏਕੋ ਮੰਤਰ ਦ੍ਰਿੜਾਏ ਔਖਦ। ਪਰਮਾਤਮਾ ਇੱਕ ਹੈ, ਉਹਦਾ ਨਾਮ ਮੰਤਰ ਵੀ ਇੱਕ ਹੈ। ਇਹ ਮੰਤਰ ਐਸਾ ਹੈ, ਸਾਰੀਆਂ ਬਿਮਾਰੀਆਂ ਦੀ ਔਖਦੀ ਹੈ, ਦਵਾਈ ਹੈ। ਦੁੱਖ ਦਾਰੂ ਸੁਖ ਰੋਗ ਪਿਆ। ਮਨੁੱਖ ਦੇ ਹਿਰਦੇ ਅੰਦਰ ਤਮਾਮ ਦੁੱਖ ਵੀ ਕਿਉਂ ਨਾ ਹੋਵੇ, ਸਰੀਰ ਨੂੰ ਦੁੱਖ ਵੀ ਕਿਉਂ ਨਾ ਹੋਵੇ, ਇਹ ਬਾਣੀ ਐਸੀ ਹੈ, ਜਿਹੜੇ ਬਾਣੀ ਨੂੰ ਪੜ੍ਹਦੇ ਨੇ ਉਹਨਾਂ ਦੇ ਵਿੱਚੋਂ ਤਮਾਮ ਰੋਗ ਜਿਹੜੇ ਨੇ ਖਤਮ ਹੋ ਜਾਂਦੇ ਨੇ। ਮਾਲਕ ਐਸਾ ਟੁੱਟਦਾ ਹੈ, ਜਮਾਂ ਦੀਆਂ ਫਾਹੀਆਂ ਕੱਟ ਦਿੰਦਾ ਹੈ। ਮੇਰਾ ਬੈਤ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਏਕੋ ਮੰਤਰ ਦ੍ਰਿੜਾਏ ਔਖਦ। ਪਰਮਾਤਮਾ ਇੱਕ ਹੈ, ਉਹਦਾ ਵਾਹਿਗੁਰੂ ਮੰਤਰ ਵੀ ਇੱਕ ਹੈ, ਜੋ ਸਾਰੀਆਂ ਔਖਦੀਆਂ ਦਾ ਮੂਲ ਮੁੱਢ ਹੈ। ਸਚ ਨਾਮ ਰਿਦ ਗਾਇਣਾ। ਜਿਸ ਗੁਰੂ ਕੇ ਪਿਆਰੇ ਨੇ ਆਪਣੇ ਹਿਰਦੇ ਦੇ ਅੰਦਰ ਸੱਚੇ ਮੰਤਰ ਨੂੰ ਗਾਇਨ ਕੀਤਾ ਹੈ, ਸੱਚੇ ਨਾਮ ਨੂੰ ਗਾਇਨ ਕੀਤਾ ਹੈ। ਜਿਸ ਨਾਮੇ ਕਾ ਤਰਸ ਹੈ ਬਹੁ ਦੇਵਾ। ਮਹਾਰਾਜ ਸਾਹਿਬ ਕਹਿੰਦੇ, ਜਿਸ ਨਾਮ ਨੂੰ ਦੇਵਤੇ ਵੀ ਚਾਹੁੰਦੇ ਨੇ, ਉਹ ਨਾਮ ਨੂੰ ਤਰਸਦੇ ਨੇ ਕਿ ਸਾਨੂੰ ਮਨੁੱਖਾ ਸਰੀਰ ਮਿਲੇ, ਅਸੀਂ ਪ੍ਰਮਾਤਮਾ ਦੀ ਸਿਫਤ ਕਰੀਏ। ਗਾਵਨ ਤੁਧਨੋ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਅਖੀਰ ਵਿੱਚ ਕੀ ਆਖਦੇ ਨੇ? ਹੋਰ ਕੀਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਜਿਸ ਨਾਮੈ ਕਉ, ਜਿਸ ਨਾਮ ਨੂੰ ਤਰਸਹਿ ਬਹੁ ਦੇਵਾ। ਬੇਅੰਤ ਜਿਹੜੇ ਦੇਵਤੇ ਨੇ ਨਾਮ ਨੂੰ ਚਾਹੁੰਦੇ ਹਨ, ਨਾਮ ਦੇ ਉਹ ਪਿਆਸੇ ਨੇ। ਤੇ ਗਰੀਬ ਨਿਵਾਜ ਕਹਿੰਦੇ, ਮਨੁੱਖਾ ਸਰੀਰ ਮਿਲਿਆ ਹੈ ਪ੍ਰਭੂ ਦੀ ਭਗਤੀ ਵਾਸਤੇ। ਰੱਬ ਦੇ ਪਿਆਰੇ ਰਸਨਾ ਦੇ ਨਾਲ ਨਾਮ ਨੂੰ ਜਪਦੇ ਹਨ। ਸਗਲ ਭਗਤ ਜਾ ਕੇ ਕਰਦੇ ਸੇਵਾ। ਜਿੰਨੇ ਰੱਬ ਦੇ ਪਿਆਰੇ ਨੇ, ਮਾਲਕ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਨੇ, ਉਹ ਰਜ਼ਾ ਦੇ ਵਿੱਚ ਰਹਿ ਕੇ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਨੇ।
ਉਹ ਸੇਵਾ ਕੀਤੀ ਹੈ ਭਾਈ ਲਹਿਣੇ ਨੇ, ਉਹ ਸੇਵਾ ਕੀਤੀ ਹੈ ਭਾਈ ਮੰਝ ਨੇ, ਉਹ ਸੇਵਾ ਕੀਤੀ ਭਾਈ ਬਹਿਲੋ ਨੇ। ਇਤਿਹਾਸ ਅੰਦਰ ਇਹ ਬਚਨ ਆਉਂਦੇ ਨੇ, ਭਾਈ ਬਹਿਲੋ ਸਭ ਤੋਂ ਪਹਿਲੋਂ। ਐਸੀ ਮਹਾਨ ਕਿਰਪਾ ਬੇਅੰਤ ਗੁਰੂ ਕੇ ਸਿੱਖਾਂ ਦੇ ਨਾਮ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਅੰਦਰ ਰਹਿ ਕੇ ਬੇਅੰਤ ਕਰਦੇ ਸੇਵਾਵਾਂ ਨਿਭਾਉਂਦੇ ਹਨ। ਅਨਾਥਾ ਨਾਥ ਦੀਨ ਦੁਖ ਭੰਜਨ। ਅਨਾਥਾ ਨਾਮ ਹੈ ਯਤੀਮਾਂ ਦਾ, ਜਿਹਦਾ ਦੁਨੀਆ ਤੇ ਕੋਈ ਨਾ ਹੋਵੇ, ਅਨਾਥ, ਉਸ ਦਾ ਪਰਮਾਤਮਾ ਨਾਥ ਮਾਲਕ ਹੈ। ਦੀਨ ਦੁਖ ਭੰਜਨ, ਦੀਨ ਨਾਮ ਹੈ ਗਰੀਬਾਂ ਦਾ, ਗਰੀਬਾਂ ਦੇ ਦੁੱਖਾਂ ਨੂੰ ਭੰਜਨ, ਉਹ ਕੱਟਣ ਵਾਲਾ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਬਚਨ ਆਉਂਦੇ ਹਨ, ਸ਼੍ਰੀ ਕਰਤਾਰ ਪੁਰਖ ਦੁਖ ਗੰਜਨ। ਕਰ ਨਾਮ ਹੁੰਦਾ ਹੈ ਹੱਥਾਂ ਦਾ, ਤਾਰ ਨਾਮ ਹੁੰਦਾ ਹੈ ਤਾਰ ਦਾ। ਜਿਸ ਪਰਮਾਤਮਾ ਦੇ ਹੱਥ ਵਿੱਚ ਸਾਰੇ ਸੰਸਾਰ ਦੀ ਤਾਰ ਹੈ, ਪੁਰਖ ਦੁਖ ਗੰਜਨ, ਸਾਰੇ ਪਾਸੇ ਵਿਆਪਕ ਹੈ, ਦੁੱਖਾਂ ਨੂੰ ਕੱਟਣ ਵਾਲਾ ਹੈ। ਭਗਤਨ ਕੇਰ ਸਦਾ ਮਨ ਰੰਜਨ, ਰੱਬ ਦੇ ਪਿਆਰਿਆਂ ਦੇ ਹਿਰਦਿਆਂ ਨੂੰ ਖੁਸ਼ ਕਰਨ ਵਾਲਾ ਹੈ। ਅਨਾਥਾ ਨਾਥ ਦੀਨ ਦੁਖ ਭੰਜਨ, ਉਹ ਗਰੀਬ ਨਿਵਾਜ ਯਤੀਮਾਂ ਦਾ ਮਾਲਕ ਹੈ, ਗਰੀਬਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ। ਸੋ ਗੁਰ ਪੂਰੇ ਤੇ ਪਾਏਣਾ। ਫਿਰ ਐਸੇ ਗੁਰੂ ਦੀ ਪ੍ਰਾਪਤੀ ਪੂਰੇ ਗੁਰੂ ਦੇ ਪਾਸੋਂ ਹੁੰਦੀ ਹੈ। ਐਸੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਪੂਰੇ ਗੁਰੂ ਦੇ ਪਾਸੋਂ ਹੁੰਦੀ ਹੈ। ਹੋਰ ਦਵਾਰ ਕੋਈ ਨਾ ਸੂਝੈ। ਉਹਨਾਂ ਰੱਬ ਦੇ ਪਿਆਰਿਆਂ ਨੂੰ ਇੱਕ ਮਾਲਕ ਦੇ ਦਰ ਤੋਂ ਬਿਨਾਂ ਹੋਰ ਕੋਈ ਵੀ ਦਰਵਾਜ਼ਾ ਜਿਹੜਾ ਹੈ ਸੁਝਦਾ ਨਹੀਂ। ਤ੍ਰਿਭਵਨ ਧਾਵੈ ਤਾ ਕਿਛੂ ਨਾ ਬੂਝੈ। ਤਿੰਨ ਭਵਨ ਮੰਨੇ ਨੇ, ਤਿੰਨਾਂ ਹੀ ਭਵਨਾਂ ਦੇ ਅੰਦਰ ਦੌੜ ਲਵੇ, ਮਾਤਲੋਕ ਦੀ ਧਰਤੀ ਤੇ, ਪਾਤਾਲ ਦੀ ਧਰਤੀ ਤੇ ਅਤੇ ਆਕਾਸ਼ ਦੀ ਧਰਤੀ ਤੇ, ਤਿੰਨਾਂ ਹੀ ਪੁਰੀਆਂ ਦੇ ਅੰਦਰ ਦੌੜ ਲਵੇ। ਗਰੀਬ ਨਿਵਾਜ ਕਹਿੰਦੇ ਉਸ ਮਨੁੱਖ ਨੂੰ ਕੁਝ ਪ੍ਰਾਪਤੀ ਨਹੀਂ। ਪ੍ਰਾਪਤੀ ਕਿੱਥੋਂ ਹੈ? ਗੁਰੂ ਕੀ ਸੰਗਤ ਵਿੱਚੋਂ। ਸਤਿਗੁਰ ਸਾਹੋ ਭੰਡਾਰ ਨਾਮ ਜੈਸ। ਜਿਹੜਾ ਗੁਰੂ ਹੈ ਇਹ ਸ਼ਾਹੂ ਬਹੁਤ ਵੱਡਾ ਸ਼ਾਹ ਹੈ। ਸ਼ਾਹੂ ਤੋਂ ਨਾਮ ਹੈ ਪਾਤਸ਼ਾਹ ਦਾ, ਉਹ ਬਹੁਤ ਵੱਡਾ ਪਾਤਸ਼ਾਹ ਹੈ। ਭੰਡਾਰ ਨਾਮ ਜਿਸ ਮਾਲਕ ਦੇ ਪਾਸ ਨਾਮ ਦੇ ਭੰਡਾਰੇ ਭਰੇ ਪਏ ਨੇ। ਲਬਾ ਲਬ ਬਾਣੀ ਦੇ ਭੰਡਾਰੇ ਭਰੇ ਪਏ ਨੇ, ਦੁਨੀਆ ਦੇ ਸੁੱਖਾਂ ਦੇ ਭੰਡਾਰੇ ਭਰੇ ਪਏ ਨੇ। ਇਹ ਸਾਰੇ ਭੰਡਾਰੇ ਉਸ ਮਾਲਕ ਜੀ ਦੇ ਪਾਸ ਹਨ। ਇਹੋ ਰਤਨ ਤਿਸੈ ਤੇ ਪਾਏਣਾ। ਮਹਾਰਾਜ ਕਹਿੰਦੇ ਇਹ ਨਾਮ ਰੂਪੀ ਰਤਨ ਦੀ ਦਾਤ, ਬੰਦਕੀ ਰੂਪੀ ਰਤਨ ਦੀ ਦਾਤ ਤਿਸੈ ਤੇ ਪਾਏਣਾ, ਉਸ ਮਾਲਕ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਜਾ ਕੀ ਧੂਰ ਕਰੇ ਪੁਨੀਤਾ। ਜਿਸ ਪੂਰੇ ਗੁਰੂ ਦੀ ਚਰਨ ਧੂੜ ਜਿਹੜੀ ਹੈ ਉਹ ਜੀਵਾਂ ਨੂੰ ਪਵਿੱਤਰ ਕਰ ਦਿੰਦੀ ਹੈ। ਬਾਬਾ ਅਮਰਦਾਸ ਸੱਚੇ ਪਾਤਸ਼ਾਹ ਖਡੂਰ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਨੇ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਾਰਗ ਦੇ ਵਿੱਚ ਇੱਕ ਮੁਰਦੇ ਦੀ ਹੱਡੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਪਾਵਨ ਚਰਨ ਲੱਗੇ ਨੇ ਤੇ ਉਸ ਮੁਰਦੇ ਦੀ ਕਲਿਆਣ ਹੋ ਗਈ ਹੈ। ਇਹ ਗੁਰੂ ਦੇ ਖਾਕ ਅੰਦਰ ਇੰਨੀ ਤਾਕਤ ਹੈ। ਗੁਰੂ ਜਿੱਥੇ ਵੀ ਕਦਮ ਰੱਖਦਾ ਹੈ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਉਹ ਧਰਤੀ ਹਰੀ ਭਰੀ ਹੋ ਜਾਂਦੀ ਹੈ, ਸੋਭਾ ਵਾਲੀ ਹੋ ਜਾਂਦੀ ਹੈ, ਜਿੱਥੇ ਮਾਲਕ ਖੁਦ ਆਣ ਕੇ ਬੈਠ ਜਾਂਦੇ ਨੇ। ਜਿੱਥੇ ਗਰੀਬ ਨਵਾਜ ਨੇ ਚਰਨ ਪਾਏ ਉਹ ਵੀ ਧਰਤੀ ਸੋਭਨੀਕ ਹੋ ਜਾਂਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਫਿਰ ਭਾਈ ਗੁਰਦਾਸ ਕਹਿੰਦੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਨ ਥਾਪਨ ਸੋਆ।
ਜਾ ਕੀ ਧੂਰ ਕਰੇ ਪੁਨੀਤਾ, ਜਿਸ ਮਾਲਕ ਦੇ ਚਰਨਾਂ ਦੀ ਚਰਨ ਧੂੜ ਜੀਵਨ ਨੂੰ ਪੁਨੀਤਾ ਪਵਿੱਤਰ ਕਰਦੀ ਹੈ। ਸੁਰ ਨਰ ਦੇਵ ਨਾ ਪਾਵਹਿ ਮੀਤਾ। ਮਹਾਰਾਜ ਸਾਹਿਬ ਕਹਿੰਦੇ ਇਸ ਚਰਨ ਧੂੜੀ ਨੂੰ ਸੁਰ ਦੇਵਤੇ ਵੀ ਚਾਹੁੰਦੇ ਨੇ, ਮਨੁੱਖ ਵੀ ਚਾਹੁੰਦੇ ਨੇ, ਪਰ ਮਹਾਰਾਜ ਕਹਿੰਦੇ ਮੇਰੇ ਮਿੱਤਰਾ ਨਾ ਪਾਵਹਿ ਉਹਨਾਂ ਦੇਵਤਿਆਂ ਨੂੰ, ਉਹਨਾਂ ਮਨੁੱਖਾਂ ਨੂੰ ਗੁਰੂ ਦੇ ਚਰਨਾਂ ਦੀ ਖਾਕ ਪ੍ਰਾਪਤ ਨਹੀਂ ਹੁੰਦੀ। ਪ੍ਰਾਪਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਤੇ ਗੁਰੂ ਟੁੱਟ ਪਵੇ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਵੇ। ਸਤਿਪੁਰਖ ਸਤਿਗੁਰ ਪਰਮੇਸ਼ਰ। ਜਿਹੜਾ ਸਤਿਗੁਰੂ ਹੈ ਉਹ ਸੱਚਾ ਹੈ। ਪੁਰਖ ਤੋਂ ਭਾਵ ਹੈ ਉਹ ਸਾਰੇ ਪਾਸੇ ਵਿਆਪਕ ਹੈ, ਸਾਰਿਆਂ ਦਾ ਮਾਲਕ ਹੈ। ਜਿਸ ਭੇਟਤ ਪਾਰ ਪਰਾਇਣਾ। ਜੇ ਇਸੇ ਗੁਰੂ ਨੂੰ ਭੇਟਤ ਜੀਵ ਮਿਲ ਜਾਵੇ ਪਾਰ ਪਰਾਏ ਨਾ, ਫਿਰ ਉਹ ਜੀਵ ਇਸ ਸੰਸਾਰ ਤੋਂ ਪਾਰ ਹੋ ਜਾਂਦਾ ਹੈ। ਇਹ ਸਾਰੀ ਕਲਾ ਹੈ ਗੁਰੂ ਦੇ ਅੰਦਰ, ਇਹ ਸਾਰੀ ਬਖਸ਼ਿਸ਼ ਹੈ ਗੁਰੂ ਦੇ ਅੰਦਰ। ਗੁਰੂ ਤੇ ਪਾਪੀ ਦੇ ਵੱਲ ਤੱਕੇ ਤੇ ਉਹਦਾ ਵੀ ਉਦਾਰ ਹੋ ਜਾਂਦਾ ਹੈ। ਜਿਹੜਾ ਮਨੁੱਖ ਕਦੀ ਗੁਰੂ ਕੀ ਸੰਗਤ ਵਿੱਚ ਨਹੀਂ ਗਿਆ, ਜੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ ਤੇ ਉਹਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਪਾਰ ਜਾਤ ਲੋੜ ਹੈ ਮਨ ਪਿਆਰੇ। ਇਹ ਭਾਈ ਬੜੇ ਐਸੇ ਮਨੁੱਖ ਨੇ, ਪਾਰ ਜਾਤ ਇਹ ਦੇਵਤਿਆਂ ਦਾ ਰੁੱਖ ਮੰਨਿਆ ਹੈ। ਇਸ ਰੁੱਖ ਦੇ ਪਾਸੋਂ ਸਾਰੇ ਪਦਾਰਥ ਮਿਲ ਜਾਂਦੇ ਨੇ, ਸੁੱਖ ਮਿਲ ਜਾਂਦੇ ਨੇ, ਪਰ ਮੁਕਤੀ ਨਹੀਂ ਮਿਲਦੀ। ਇਸੇ ਤਰ੍ਹਾਂ ਗਰੀਬ ਨਿਵਾਜ ਕਹਿੰਦੇ ਜੇ ਤੂੰ ਪਾਰ ਜਾਤ ਰੁੱਖ ਨੂੰ ਮਨ ਵਿੱਚ ਚਾਹੁੰਦਾ ਹੈ, ਆਮ ਧੇਨ ਸੋਹੀ ਦਰਬਾਰੇ। ਅਤੇ ਮੇਰੇ ਘਰ ਅੰਦਰ ਕਾਮ ਤਿੰਨ ਗਊ ਵੀ ਸਵਰਗ ਦੀ ਮੰਨੀ ਹੈ। ਇਸ ਦੇ ਪਾਸੋਂ ਵੀ ਸਾਰੇ ਪਦਾਰਥ ਮਿਲ ਜਾਂਦੇ ਨੇ, ਪਰ ਇਹ ਮੁਕਤੀ ਨਹੀਂ ਦੇ ਸਕਦੀ। ਇਹ ਬੜੀਆਂ ਸੁੰਦਰ ਗਾਥਾਵਾਂ ਆਉਂਦੀਆਂ ਨੇ। ਰਿਖੀ ਦੀ ਗਾਥਾ ਆਉਂਦੀ ਹੈ, ਜਿਸ ਨੇ ਪਰਸਰਾਮ ਦੀ ਸਾਰੀ ਫੌਜ ਦਾ ਲੰਗਰ ਕੀਤਾ, ਅਖੀਰੋਂ ਵੇਖ ਕੇ ਹੈਰਾਨ ਕਾਰਨ ਕੀ ਬਣਿਆ। ਅਖੀਰ ਉਸ ਨੇ ਰਿਖੀ ਨੂੰ ਖਤਮ ਕਰ ਦਿੱਤਾ ਹੈ। ਗਰੀਬ ਨਿਵਾਜ ਕਹਿੰਦੇ ਇਹਨਾਂ ਦੇ ਪਾਸੋਂ ਪਦਾਰਥ ਤੇ ਮਿਲ ਜਾਂਦੇ ਨੇ, ਪਰ ਭਾਈ ਸੁਖ ਦੀ ਦਾਤ ਨਹੀਂ ਮਿਲਦੀ। ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ। ਇਸ ਕਰਕੇ ਤ੍ਰਿਪਤੀ ਦੀ ਦਾਤ, ਸੰਤੋਖ ਦੀ ਦਾਤ ਪੂਰਿਆਂ ਗੁਰਾਂ ਦੀ ਸੇਵਾ ਕਰਕੇ ਹੀ ਮਿਲਦੀ ਹੈ। ਜਿਹੜੇ ਜੀਵ ਪੂਰੇ ਗੁਰੂ ਦੀ ਸੇਵਾ ਕਰਦੇ ਨੇ ਉਹ ਸੰਸਾਰ ਦੇ ਪਦਾਰਥਾਂ ਦੇ ਵੱਲੋਂ ਰੱਜ ਜਾਂਦੇ ਨੇ, ਹਿਰਦੇ ਵਿੱਚ ਉਹਨਾਂ ਦੇ ਸੰਤੋਖ ਆ ਜਾਂਦਾ ਹੈ। ਨਾਮ ਕਮਾਏ ਰਸਾਇਣਾ। ਬੜੇ ਪਿਆਰ ਦੇ ਨਾਲ ਫਿਰ ਰਸ ਆਇਣ, ਜੋ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਹੈ, ਕਮਾਏ ਨਾਮ। ਫਿਰ ਉਹ ਗੁਰੂ ਕੇ ਪਿਆਰੇ ਫਿਰ ਨਾਮ ਦੀ ਕਮਾਈ ਕਰਦੇ ਨੇ, ਬੇਅੰਤ ਨਾਮ ਨੂੰ ਜਪਦੇ ਹਨ। ਗੁਰ ਕੈ ਸ਼ਬਦ ਮਰਹਿ ਪੰਜ ਧਾਤੂ। ਫਿਰ ਗੁਰੂ ਦੇ ਉਪਦੇਸ਼ ਨੂੰ ਲੈ ਕੇ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਖਤਮ ਕੀਤਾ ਹੈ। ਸ਼ਬਦ, ਸਪਰਸ, ਰੂਪ, ਰਸ, ਗੰਧ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਹੈ। ਭੈ ਪਾਰ ਬ੍ਰਹਮ ਹੋਵਹਿ ਨਿਰਮਲਾ ਤੂ। ਫਿਰ ਉਹਨਾਂ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਜਮਾਂ ਦਾ ਭੈ ਵੀ ਖਤਮ ਹੋ ਗਿਆ ਹੈ, ਜਨਮ ਅਤੇ ਮਰਨ ਦਾ ਭੈ ਵੀ ਖਤਮ ਹੋ ਗਿਆ ਹੈ। ਤੇ ਉਹ ਕੀ ਆਖਦੇ ਨੇ? ਪਾਰ ਬ੍ਰਹਮ, ਜੋ ਪਾਰਾਵਾਰ ਦੀ ਪ੍ਰਕਿਰਤੀ ਤੋਂ ਪਰੇ ਵਿਆਪਕ ਸਰੂਪ ਹੈ, ਨਿਰਮਲਾ ਤੂੰ। ਇਹ ਮੇਰੇ ਮਾਲਕ ਤੂੰ ਬੜਾ ਉਜਲ ਹੈ, ਬੜਾ ਪਵਿੱਤਰ ਹੈ, ਤੇਰਾ ਨਾਮ ਬੜਾ ਪਵਿੱਤਰ ਹੈ। ਪਾਰਸ ਜਬ ਭੇਟੈ ਗੁਰ ਪੂਰਾ। ਜਿਹੜਾ ਗੁਰੂ ਇੱਕ ਪਾਰਸ ਹੈ, ਤੇ ਜਦੋਂ ਪੂਰਿਆਂ ਗੁਰੂ ਦੀ ਸੰਗਤ, ਗੁਰੂ ਦਾ ਮਿਲਾਪ ਜੀਵ ਨੂੰ ਹੁੰਦਾ ਹੈ, ਸਿੱਖ ਨੂੰ ਹੁੰਦਾ ਹੈ, ਤਾ ਪਾਰਸ ਪਰਸ ਦਿਖਾਇਣਾ। ਪਰ ਪਾਰਸ ਅੰਦਰ ਵੀ ਇੱਕ ਔਗਣ ਹੈ। ਉਹ ਅੱਠਾਂ ਧਾਤਾਂ ਨੂੰ ਚੇਂਜ ਤੇ ਕਰ ਦਿੰਦਾ ਹੈ, ਪਰ ਆਪਣੇ ਵਰਗਾ ਨਹੀਂ। ਗੁਰੂ ਰੂਪੀ ਪਾਰਸ ਐਸਾ ਹੈ, ਇਹ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਸਿੱਖ ਨੂੰ ਆਪਣੇ ਅੰਦਰ ਦੀ ਦਾਤ, ਅਭੇਤਾ ਦੀ ਦਾਤ ਬਖਸ਼ਿਸ਼ ਕਰ ਦਿੰਦੇ
ਹਨ। ਕਈ ਬੈਕੁੰਠ ਨਾਹੀ ਲਵੈ ਲਾਗੇ। ਕਈ ਕਹਿੰਦੇ ਬੈਕੁੰਠ ਨਾਮ ਹੈ ਪਰਮਾਤਮਾ ਦੇ ਘਰ ਦਾ, ਲਵੈ ਨਾਮ ਹੈ ਬਰਾਬਰੀ ਦਾ। ਪਰਮਾਤਮਾ ਦੇ ਘਰ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਬੰਦਗੀ ਕਰਨ ਵਾਲਿਆਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜਿਨ੍ਹਾਂ ਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ, ਭਰੋਸਾ ਹੈ, ਉਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਮੁਕਤ ਬਪੜੀ ਭੀ ਗਿਆਨੀ ਤਿਆਗੇ। ਜਿਹੜੇ ਗਿਆਨਵਾਨ ਨੇ, ਗੁਰੂ ਕੇ ਸਿੱਖ ਨੇ, ਉਹਨਾਂ ਨੇ ਮੁਕਤੀ ਦੀ ਪਰਵਾਹ ਵੀ ਨਹੀਂ ਮੰਨੀ। ਉਹ ਤੇ ਆਖਦੇ ਨੇ, ਮਾਲਕ ਮੈਨੂੰ ਮੁਕਤੀ ਦੀ ਲੋੜ ਨਹੀਂ, ਮੈਨੂੰ ਤੇ ਆਪਣੇ ਚਰਨਾਂ ਦਾ ਪਿਆਰ ਬਖਸ਼ ਦਿਓ, ਆਪਣੇ ਨਾਮ ਦੀ ਦਾਤ ਬਖਸ਼ ਦਿਓ, ਆਪਣੇ ਚਰਨਾਂ ਦੇ ਅੰਦਰ ਨਿਵਾਸ ਬਖਸ਼ਿਸ਼ ਕਰ ਦਿਓ। ਇਹ ਉਹਨਾਂ ਗੁਰਸਿੱਖਾਂ ਦੀ ਬੇਨਤੀਆਂ ਨੇ, ਅਰਦਾਸਾਂ ਹਨ। ਏਕੰਕਾਰ ਸਤਿਗੁਰ ਤੇ ਪਾਈਐ। ਕਿਉਂਕਿ ਫਿਰ ਉਹਨਾਂ ਨੇ ਆਪਣੀ ਗੁਰੂ ਦੇ ਪਾਸੋਂ ਜਿਹੜਾ ਇੱਕ ਪ੍ਰਮਾਤਮਾ ਹੈ, ਉਹਦਾ ਨਾਮ ਵੀ ਇੱਕ ਹੈ, ਉਸ ਦੀ ਪ੍ਰਾਪਤੀ ਕੀਤੀ ਹੈ। ਹਾਂ ਬਲ ਬਲ ਗੁਰ ਦਰਸਾਏ ਨਾ। ਗੁਰੂ ਕਾ ਪਿਆਰਾ ਸਿੱਖ ਜਗਿਆਸੂ ਜਨ ਆਖਦਾ ਹੈ, ਮੈਂ ਐਸੇ ਗੁਰੂ ਦੇ ਦਰਸ਼ਨ ਕਰਕੇ ਹਉ ਬਲ ਬਲ ਜਾਓ ਰਮਈਆ ਕਾਰਨ ਹੈ। ਭਗਤ ਸਾਹਿਬਾਨ ਕਹਿੰਦੇ ਰਮਈਆ ਨਾਮ ਹੈ ਮਾਲਕ ਦਾ, ਮੈਂ ਤੇ ਆਪਣੇ ਮਾਲਕ ਤੋਂ ਬਲਿਹਾਰ ਜਾਣਾ ਹਾਂ। ਇਸੇ ਤਰ੍ਹਾਂ ਹਉ ਬਲ ਬਲ ਜਾਓ। ਸਿੱਖ ਆਖਦਾ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਮੈਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ, ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਹਉ ਬਲ ਬਲ ਜਾਓ ਗੁਰ ਦਰਸਾਏ ਨਾ। ਮੈਂ ਉਹਨਾਂ ਦੇ ਦਰਸ਼ਨ ਕਰਦਾ ਹਾਂ ਤੇ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਗਰੀਬ ਨਿਵਾਜ ਕਿਰਪਾ ਕਰਨ। ਕਥਾ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਕਈ ਬੈਕੁੰਠ ਨਾਹੀ ਲਵੈ ਲਾਗੇ। ਮੁਕਤ ਬਪੜੀ ਭੀ ਗਿਆਨੀ ਤਿਆਗੇ। ਏਕੰਕਾਰ ਸਤਿਗੁਰ ਤੇ ਪਾਈਐ। ਹਉ ਬਲ ਬਲ ਗੁਰ ਦਰਸਾਏ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।